ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ। ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ, ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਇੱਕ ਵਾਰ ਗੱਜ ਕੇ ਫਤਿਹ ਬੁਲਾਓ ਤੇ ਕਿਸੇ ਦੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਇਆ ਮਿਆ ਸਦਕਾ, ਕਰੁਣਾ ਸਦਕਾ ਅਤੀ ਸਤਿਕਾਰਯੋਗ ਸਰਦਾਰ ਓਂਕਾਰ ਸਿੰਘ ਜੀ ਰਾਜਾ, ਜਿਨ੍ਹਾਂ ਦਾ ਸਰਨੇਮ ਹੈ ਤਖੱਲਸ ਹੈ ਰਾਜਾ, ਤੇ ਰਾਜੇ ਦਾ ਸ਼ਬਦੀ ਅਰਥ, ਸ਼ਬਦਿਕ ਅਰਥ ਹੈ ਰਜਿਆ ਹੋਇਆ, ਤ੍ਰਿਪਤ ਹੋਇਆ। ਰਾਜਾ ਉਹੀ ਹੁੰਦਾ ਹੈ ਜਿਹੜਾ ਤ੍ਰਿਪਤ ਹੋਏ, ਔਰ ਤ੍ਰਿਪਤੀ ਕੇਵਲ ਮਾਇਆ ਇਕੱਠੀ ਕਰਨ ਨਾਲ ਨਹੀਂ ਆਉਂਦੀ, ਸੰਤੋਖ ਨਾਲ ਆਉਂਦੀ ਹੈ। ਉਹਨਾਂ ਦੀ ਝੋਲੀ ਅੰਦਰ ਗੁਰੂ ਕਰੁਣਾ ਸਦਕਾ, ਆਪ ਜੀ ਦੇ ਸਹਿਯੋਗ ਸਦਕਾ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਦੀ ਸੇਵਾ ਤੁਸੀਂ ਉਹਨਾਂ ਦੀ ਝੋਲੀ ਵਿੱਚ ਪਾਈ ਹੈ, ਉਸ ਨੂੰ ਮਹਿਸੂਸ ਕਰਦੇ ਹਾਂ, ਉਸ ਰਿਣ ਨੂੰ, ਉਸ ਕਰਜ਼ ਨੂੰ। ਉਹਨਾਂ ਨੇ ਇਹ ਧੰਨਵਾਦ ਸਮਾਗਮ ਗੁਰੂ ਕੀਆਂ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਵਿਖੇ ਰੱਖਿਆ ਹੈ। ਵੈਸੇ ਤਾਂ ਮੈਂ ਬੇਨਤੀ ਕਰਾਂ ਕਿ ਇਹ ਜਿਹੜੀ ਦਾਤ ਹੈ ਨਾ, ਮੈਂਬਰੀ ਦੀ ਦਾਤ, ਚਾਹੇ ਉਹ ਜੇ ਇਲੈਕਸ਼ਨ ਰਾਹੀਂ ਹੋ ਰਹੀ ਹੈ, ਤੇ ਇਹ ਗੁਰੂ ਸਾਰਿਆਂ ਵਿੱਚ ਵਰਤ ਕੇ ਆਪ ਹੀ ਝੋਲੀ ਵਿੱਚ ਪਾਉਂਦਾ ਹੈ। ਗੁਰੂ ਗਰੀਬ ਨਵਾਜ ਜੀ ਦੇ ਬਚਨ ਨੇ, ਕਹਿਣ ਲੱਗੇ ਹਰ ਦਾਤ ਉਹਦੀ ਕਰੁਣਾ ਨਾਲ ਹੀ ਮਿਲਦੀ ਹੈ। ਇਹ ਸਰੀਰ ਕਰਤਾ ਪੁਰਖ ਨੇ ਦਿੱਤਾ, ਬੰਦੇ ਦੀ ਆਪਣੀ ਪੈਦਾਇਸ਼ ਨਹੀਂ ਹੈ। ਤੇ ਸਤਿਗੁਰੂ ਆਖਦੇ, ਜੇ ਇਹ ਸਰੀਰ ਤੈਨੂੰ ਗੁਰੂ ਦੀ ਕਰੁਣਾ ਨਾਲ, ਰੱਬ ਦੀ ਕਿਰਪਾ ਨਾਲ ਮਿਲਿਆ, ਤੇ ਸਰੀਰ ਦੇ ਦੁਆਰਾ ਜੋ ਵੀ ਤੈਨੂੰ ਮਿਲੇਗਾ ਇਹ ਰੱਬ ਦੀ ਕਿਰਪਾ ਹੀ ਹੋਏਗੀ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਕਦੀ ਮੋਇਆਂ ਨੂੰ ਕੁਛ ਮਿਲਦਿਆਂ ਵੇਖਿਆ? ਸਵਾਏ ਕਫਨ ਤੋਂ, ਸਵਾਏ ਅੱਗ ਤੋਂ ਕੁਛ ਨਹੀਂ ਮਿਲਦਾ। ਬੰਦੇ ਨੂੰ ਕੁਛ ਮਿਲਦਾ ਤੇ ਓਨੀ ਦੇਰ ਜਿੰਨੀ ਦੇਰ ਇਹ ਜੀਵਤ ਹੈ। ਅੱਜ ਤੱਕ ਜਿਤਨੇ ਵੀ ਬੰਦੇ ਤਖਤ ਅਸੀਨ ਹੋਏ, ਇੱਕ ਵੀ ਮੁਰਦਾ ਹੋਇਆ? ਸਭ ਜ਼ਿੰਦੇ ਹੋਏ। ਔਰ ਬੰਦੇ ਦਾ ਜੀਵਤ ਹੋਣਾ, ਜ਼ਿੰਦੇ ਹੋਣਾ, ਇਸ ਕਾਇਆ ਦਾ, ਇਸ ਬਾਡੀ ਦਾ, ਇਹਦੇ ਵਿੱਚ ਸਾਡਾ ਕੋਈ ਆਪਣਾ ਯੋਗਦਾਨ ਹੈ? ਅਸੀਂ ਜੀਂਦੇ ਹਾਂ, ਇਹਦੇ ਵਿੱਚ ਸਾਡਾ ਕੋਈ ਆਪਣਾ ਯੋਗਦਾਨ ਹੈ? ਕੋਈ ਕਹਿ ਸਕਦਾ ਕਿ ਮੈਂ ਆਪ ਜੀ ਰਿਹਾ?
ਸਾਹਿਬ ਆਖਦੇ ਜੀਣਾ ਤੇ ਕਿਤੇ ਦੂਰ ਦੀ ਗੱਲ ਹੈ। ਮੈਂ ਸੱਚ ਦੱਸਾਂ ਤੂੰ ਬੋਲ ਵੀ ਨਹੀਂ ਆਪ ਸਕਦਾ। ਬੋਲ ਸਕਦਾ? ਕਹਿਣ ਲੱਗੇ ਤੇਰੇ ਕੋਲ ਤੇ ਬੋਲਣ ਦੀ ਤਾਕਤ ਨਹੀਂ ਹੈ, ਜੀਵਨ ਦੀ ਤਾਕਤ ਕਿੱਥੇ ਹੋਏਗੀ? ਸਾਹਿਬ ਆਖਦੇ ਇਹ ਕਾਇਆ ਜਿਹਨੂੰ ਮਾਨ ਸਨਮਾਨ ਤੇ ਅਪਮਾਨ ਨਹੀਂ ਮਿਲਦਾ, ਬਹੁਤ ਸਾਰੇ ਸਰੀਰ ਜਿਨ੍ਹਾਂ ਨੂੰ ਸਨਮਾਨ ਮਿਲਦਾ ਹੈ ਤੇ ਬਹੁਤ ਸਾਰੇ ਸਰੀਰ ਜਿਨ੍ਹਾਂ ਨੂੰ ਅਪਮਾਨ ਵੀ ਮਿਲਦਾ ਹੈ। ਅਪਮਾਨ ਵਾਲਾ ਤੇ ਸ਼ਿਕਵਾ ਕਰੇ ਤੇ ਸਨਮਾਨ ਵਾਲਾ ਉਹਦੇ ਧੰਨਵਾਦ ਦਾ ਸਮਾਗਮ ਵੀ ਨਾ ਕਰੇ। ਔਰ ਮੈਂ ਫਿਰ ਸ਼ਬਦ ਦੁਹਰਾ ਦਿਆਂ, ਸਨਮਾਨ ਮਿਲ ਰਿਹਾ ਤੇ ਸਰੀਰ ਕਰਕੇ, ਤੇ ਜੇ ਸਰੀਰ ਕਰਕੇ ਸਨਮਾਨ ਮਿਲ ਰਿਹਾ ਹੈ ਤੇ ਇਹਦਾ ਅਰਥ ਕੀ ਵੀ ਸਰੀਰ ਸਾਡਾ ਆਪਣਾ ਨਹੀਂ ਆ, ਕਿਸੇ ਦਾ ਦਿੱਤਾ ਹੈ। ਤੇ ਜੇ ਉਹ ਐਸਾ ਵੀ ਹੋਇਆ ਕਿ ਕਈ ਜਿੱਤ ਵੀ ਗਏ, ਵਿਜयी ਹੋ ਗਏ, ਬਹੁਤ ਸਾਰੀਆਂ ਘਟਨਾਵਾਂ ਐਸੀਆਂ ਹੋਈਆਂ ਨੇ। ਬੰਦਾ ਰਾਜਨੀਤਿਕ ਪੱਖ ਤੋਂ ਜਿੱਤਾ, ਧਾਰਮਿਕ ਪੱਖ ਤੋਂ ਜਿੱਤ ਗਿਆ, ਪਰ ਜਿੱਤਦਿਆਂ ਹੀ ਸਰੀਰ ਦਾ ਤੇ ਆਤਮਾ ਦਾ ਵਿਛੋੜਾ ਪੈ ਗਿਆ। ਜਿੱਤ ਤੇ ਮਿਲ ਗਈ ਪਰ ਜਿੱਤ ਦੀ ਖੁਸ਼ੀ ਨਾ ਨਸੀਬ ਹੋਈ। ਸਾਹਿਬ ਆਖਦੇ ਜੋ ਕੁਛ ਵੀ ਤੇਰੇ ਕੋਲ ਆਜ਼ਾਦ ਰੱਖ, ਇਹ ਕਰਤਾ ਪੁਰਖ ਦਾ, ਇਹ ਸਭ ਕੁਛ ਤੇਰੇ ਕੋਲ ਹੈ ਵੀ ਸਰੀਰ ਹੈ। ਤੇ ਜਦ ਸਰੀਰ ਹੀ ਤੇਰਾ ਆਪਣਾ ਨਹੀਂ ਆ ਤੇ ਫਿਰ ਸਰੀਰ ਦੁਆਰਾ ਜੋ ਕੁਛ ਵੀ ਮਿਲਿਆ ਇਹ ਉਹਦਾ ਹੀ ਹੈ। ਤੇ ਧਿਆਨ ਰੱਖੀ, ਅੱਜ ਸਰੀਰ ਵਿੱਚੋਂ ਜੋਤ ਨਿਕਲ ਜਾਏ ਤੇ ਜੋ ਕੁਛ ਤੈਨੂੰ ਮਿਲਿਆ ਹੈ ਇਹ ਤੇਰਾ ਰਹਿ ਜਾਏਗਾ। ਤੇਰੀ ਜਿੱਤ ਵੀ ਹਾਰ ਬਣ ਜਾਏਗੀ। ਕਈ ਜਗ੍ਹਾ ਤੇ ਐਸਾ ਹੋਇਆ, ਕੋਈ MP ਜਿੱਤਿਆ, MLA ਜਿੱਤਿਆ, ਔਰ ਜਿੱਤਦਿਆਂ ਥੋੜੀ ਦੇਰ ਬਾਅਦ ਮੌਤ ਹੋ ਗਈ, ਉਹਦੀ ਜਗ੍ਹਾ ਤੇ ਫਿਰ ਨਵੀਂ ਚੋਣ ਹੋਈ। ਇਹਦਾ ਅਰਥ ਕੀ ਹੈ? ਵੀ ਜਿਹੜੀ ਤੇਰੀ ਜਿੱਤ ਹੈ ਤੇਰੇ ਸਰੀਰ ਕਰਕੇ, ਤੇ ਤੇਰਾ ਸਰੀਰ ਰੂਹ ਕਰਕੇ ਹੈ, ਤੇ ਰੂਹ ਤੇ ਸਰੀਰ ਤੇਰਾ ਆਪਣਾ ਨਹੀਂ ਹੈ। ਔਰ ਯਾਦ ਰੱਖ, ਅਸੀਂ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ, ਜਿਹੜੀ ਤਵੱਜੋ ਬਖਸ਼ਿਓ। ਕਹਿਣ ਲੱਗੇ ਹੁਕਮੀ ਹੋਵਨ ਆਕਾਰ, ਕੋਈ ਵੀ ਸਰੀਰ ਹੁਕਮ ਤੋਂ ਬਿਨਾ ਬਣਿਆ, ਇੱਕ ਵੀ ਸਰੀਰ ਕੋਈ ਹੁਕਮ ਤੋਂ ਬਿਨਾ ਆਇਆ। ਕਹਿਣ ਲੱਗੇ ਸਭ ਸਰੀਰ ਹੁਕਮ ਵਿੱਚ ਬਣੇ ਨੇ। ਹੁਕਮੀ ਹੋਵਨ ਆਕਾਰ, ਤੇ ਕਹਿਣ ਲੱਗੇ ਹੁਕਮ ਨਾ ਕਹਿਆ ਜਾਈ। ਤੇਰੇ ਹੁਕਮ ਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ? ਆਉਣ ਵਾਲੇ ਸਮੇਂ ਅੰਦਰ ਤੇਰਾ ਕੀ ਹੁਕਮ ਹੋਣਾ, ਤੂੰ ਕੀ ਕਰ ਦੇਣਾ, ਇਹ ਕਿਵੇਂ ਕਿਹਾ ਜਾ ਸਕਦਾ ਹੈ? ਕਿਹਾ ਜਾ ਸਕਦਾ ਹੈ ਮੇਰੇ ਨਾਲ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ? ਕਿਹਾ ਜਾ ਸਕਦਾ ਹੈ। ਕਿਸੇ ਨਾਲ ਵੀ ਕੀ ਹੋਣਾ ਹੈ? ਕਿਹਾ ਜਾ ਸਕਦਾ ਹੈ। ਸਾਹਿਬ ਆਖਦੇ ਨਹੀਂ ਕਿਹਾ ਜਾ ਸਕਦਾ। ਉਹਦਾ ਕਾਰਨ ਹੈ ਕਿ ਤੂੰ ਹੁਕਮ ਵਰਤਾਉਣ ਤੋਂ ਪਹਿਲਾਂ, ਯਾਦ ਰੱਖੋ, ਤੂੰ ਹੁਕਮ ਵਰਤਾਉਣ ਤੋਂ ਪਹਿਲਾਂ ਕਿਸੇ ਨੂੰ ਪੁੱਛਦਾ ਨਹੀਂ ਆ। ਪੁੱਛਦਾ? ਕਹਿਣ ਲੱਗੇ ਇਸ ਲਈ ਹੁਕਮ ਬਾਰੇ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਮਨ ਜੀ, ਜਿਤਨੇ ਵੀ ਸਰੀਰ ਪੈਦਾ ਹੋਏ ਹੁਕਮ ਵਿੱਚ ਹੋਏ, ਤੇ ਜੇ ਸਰੀਰ ਹੁਕਮ ਵਿੱਚ ਪੈਦਾ ਹੋਏ ਨਾ ਤੇ ਕਿਸੇ ਸਰੀਰ ਨੂੰ ਵਡਿਆਈ ਮਿਲਦੀ ਹੈ, ਤੇ ਕਹਿਣ ਲੱਗੇ ਇਹ ਵੀ ਤੇਰੀ ਰਜ਼ਾ ਵਿੱਚ ਹੀ ਹੈ। ਹੁਕਮ ਹੈ, ਹੁਕਮ ਹੈ, ਹੁਕਮ ਮਿਲੇ ਵਡਿਆਈ, ਹੁਕਮ ਵਿੱਚ ਹੀ ਵਡਿਆਈ ਮਿਲਦੀ ਹੈ। ਪਰ ਯਾਦ ਰੱਖ, ਜਿਹਦੇ ਹੁਕਮ ਵਿੱਚ ਵਡਿਆਈ ਮਿਲੀ ਹੈ ਨਾ, ਉਸ ਨੂੰ ਯਾਦ ਰੱਖੀ। ਬਾਬੇ ਨਾਨਕ ਸਾਹਿਬ ਜੀ ਦੀ ਜੀਵਨ ਦੀ ਘਟਨਾ ਮੈਨੂੰ ਯਾਦ ਆਉਂਦੀ ਹੈ। ਭਾਈ ਮਰਦਾਨਾ ਆਖਦਾ, ਬਾਬਾ ਭੁੱਖ ਡਾਢੀ ਲੱਗੀ ਸੂ। ਬਾਬਾ ਭੁੱਖ ਨੇ ਵਿਆਕੁਲ ਕਰ ਦਿੱਤਾ। ਬਾਬਾ ਕਿਤੇ ਕੁਝ ਖਾਣ ਲਈ ਨਸੀਬ ਹੋਏਗਾ? ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਮਰਦਾਨਾ
अरे जेड़ा परमात्मा भुख दे रहा ना, जेड़ा परमात्मा भुख दे रहा वो भुख मिटाउण लई रिज़क भी देगा। मर्दाना मैं मनदा तैनूं भुख लगी है, पर जितनी गहरी भुख होए उन्ना रस ज्यादा हुंदा खाण विच। कदी सोच के देखो कि अगर भुख ना होए तो सब तो उत्तम पदार्थ भी खाओगे तो रस नहीं आएगा। अगर भुख डाडी है, अरे सुक्का भी मिल जाएगा तो रस आएगा। रस पदार्थ विच नहीं है, रस ते भुख विच है। ते कल्पना करो जे परमात्मा भुख ही ना दिंदा ते पदार्थ विचों रस आउंदा। कहन लगा बाबा डाडा व्याकुल हो गया। सतगुरु कहन लगे मर्दाना करता पुरख बंदियां दा एंटी नहीं है, वह भुख दे ते रिज़क ना दे। तुसी कल्पना करके वेखो परमात्मा ने प्यास दिती ते पानी दिता ना, जे जन्म दिती ते मां दिती ना पालण लई। मर्दाना थोड़ा तहम्मल रख, थोड़ा धीरज रख। अजे तुरे जा रहे ने ते अगे एक खेत आया ते खेत विच छोटा जिहा बच्चा बैठा। खेत किसे दा ते ओ बच्चा खेतां विच मजदूरी कर रहा है। खेत दा मालक उठ के चला गया है ते बड़े गरीब घर दा ये बच्चा है, बड़े गरीब घर दा। इन्हें वेख्या कि फकीर आके खेत दे टट ते कंढे ते बैठे ने। ये जिस किसान दे खेत विच मजदूरी कर रहा सी, इनू मजदूरी मिलती सी होलां दी। होलां हुंदियां ने कच्चे चने हरे रंग दे, उन्होंने होलां आखते हैं। इन्हें सारी दिहाड़ी मजदूरी करके जिन्नियां कु होलां इनू मिलियां ने, मन में ख्याल आया फकीर ने इन्हां नू खुआ दियां। इन्हें होलां गर्म कीतियां भुनियां ते हजूर बाबा नानक साहब जी नू छका दित्तियां, मरदाना जी नू छका दित्तियां। एक मैं बेनती करा, गुरु होलां ते नहीं रीझदा, गुरु प्यार देखदा है, भावना देखदा है। मैं श्रीमान भाई गुरदास साहब का एक बचन पढ़िया। कह लगे द्रौपदी ने ना, द्रौपदी ने तुरी आउंदी सी सखियां दे समेत नदी दे तट ते की वेख्या कि एक फकीर पानी विच खड़ा ते कंब रहा है। पोह दी ठंड है, गले गले तक पानी ते कंब रहा है। जदों द्रौपदी अपनी सखियां दे समेत फकीर दे लागे आई ना, ते ए कंबदे फकीर नू देखदी ते अंदर दया आ गई। कह लगी फकीर जी, साईं लोग जी, तुसी पानी विच खड़े हो, पोह दी ठंड है, कंब रहे हो, तुसी बाहर आ जाओ, तुसी बीमार हो जाओगे। ये वाकया भाई गुरदास साहब ने लिखे। कह लगी तुसी बाहर आ जाओ फकीर जी, तुसी बीमार हो जाओगे। दया भाव अंदर होनी बहुत जरूरी है। उस साईं लोग ने क्या तियो, मैं ते बाहर आ रहा सी इशनान करके, पर मेरियो पुत्रियो तुहाडी आवाज मेरे कन्नी पई तां मैं पानी विच खड़ गया, तुहाडे करके ते खड़ा है। ते द्रौपदी कहन लगी साडे करके क्यों? कह लगा देख बच्ची, जदों मैं पानी में इशनान करन लई उतरिया सी ना, मेरे तेल लंगोटी सी, तेज पानी दे बहाव ने मेरी लंगोटी लोड़ लई। पानी दे तेज बहाव विच मेरी एक लंगोटी रुड़ गई आ। जदों कहन लगे, द्रौपदी ने गल सुनी ना, धर्म भावना वाली सी,
दया भावना वाली सी। इन्हें अपने सिर का चीर, अपने सिर की चुनरी उतारी, ओदा एक हिस्सा फाड़ के फकीर वाल सुटिया। कुदरत नहीं वाहिगुरू की रजा कि वो जड़ा चीर सी ना, सिर का दुपट्टा पाड़ के ने सुटिया सी, वो फकीर दे हाथ विच ना आया ते पानी विच रुड़ गया। जेड़ा चीर बचिया सी उन्हें उहदे नाल अपना सिर कज्जिया होया सी, सिर कज्जिया होया सी। हुण ते सानू ये भी तलीम भुल गई ना, चलो खैर। जद वो अपने सिर दा, सीस दा आखिरी टुकड़ा फकीर वाल सुट्टन लगी ना, रंग रत्ते साईं लोग ने क्या, धीए मेरिए पुत्रिए, ਧੀਆਂ ਧਿਆਣੀਆਂ नंगे सिर चंगियां नहीं लगदियां, तेरा सिर नंगा हो जाएगा। द्रौपदी ने कहन लगे अपने सिर का चीर सुट दिया होया, क्या फकीर मैं नगन, मेरा सिर नंगा हो जाए कोई गल नहीं, पर तेरा ते नगन कज्जिया जाएगा ना। भाई गुरदास साहब लिखते ने कि वो दुपट्टा जद फकीर दे हाथ विच आया ना, मैं कई बार ये बेनती करदा हुन्ना भी साडे वर्गे बंदियां कोल कुछ नहीं जे हुंदा, किसी पक्ष तो भी हो सकता है साडे कोल कुछ ना हो, पर मैं ऐसा वेख्या जे जिन्हां कोल बहुत कुछ हुंदा है ना, वो आके ग्रंथी साहब कोल अरदास कराउंदे ने। क्यों कराउंदे? इसलिए भी ग्रंथी तुहाडे नालों अमीर है। मैं दावे नाल कह सकदा भी किते किते हो सकता है कोई ग्रंथी गुरु का वजीर बहुत वधिया उहदा स्टैंडर्ड होया, लिविंग स्टैंडर्ड, रहन का तरीका, पर आम संगतां जिन्ना वो अमीर नहीं हुंदा, पर फिर भी अरदास आके ग्रंथी कोल कराउने। पता क्यों? ਉਹਦਾ एक ही कारण है भी ये उन्हां दी शरण विच ने जिन्हां दे कोल सब कुछ है, सब कुछ है। ये उन्हां दा माध्यम ने जिन्हां कोल सब कुछ है। यही कारण है ना कि असीं रब दे फकीर बंदियां दी भी पूजा कीती। जदों दुपट्टा हथ विच आया ते कहन लगा, धीए तैनू रब दे बंदे ते दया आई, ओदा नगन देख के तू एक टुकड़ा दिता है मेरा नगन कज्जण लई, जा मैं अपने ते मान करके आखदा वां धीए, जद तैनू लोड़ पैगी किते याद करके देखी, मेरा तैनू इना दे देगा कि सारी दुनिया भी तेरे तन तो कपड़े उतारेगी ते खत्म नहीं होणगे। मेरे तेड़ ते एक लंगोटी सी, वह भी रुड़ गई। दूसरी उदाहरण भाई साहब लिखते ने कि जेड़ा हाथी सी तदुए ने पकड़ लिया, तदुए ने जकड़ लिया। उन्हें बड़ी कोशिश की इस जल दे जानवर विचों कोलों छुट जावां, पानी विचों बाहर चले जावां, मेरी मौत हो जाएगी। ते एक मैं होर बेनती करा, मौत दे भय विचों ही रब दा सच्चा ज्ञान पैदा हुंदा है। भय बिन ज्ञान नहीं पैदा होएगा। ईश्वरी खिमा करियो, साडे वर्गे लोगों का ज्ञान एक किताबां विचों ते पैदा होएगा, पर भय विचों जेड़ा ज्ञान पैदा हुंदा है प्रभु दे कोल लै जांदा है। जद महसूस होया ना कि अज मर जावांगा, अज मर जावांगा, तदुआ नहीं छड्ड रहा। ते भाई गुरदास साहब आखदे हाथी ने की वेख्या कि जल विच एक फुल तैरदा होया आ रहा सी, एक फुल। इन्हें कहन लगे फुल नूं सुंड विच लिया ते कहन लगा, ऐ परवतगार हुण ते मेरी जान भी जोखम विच है,
ਇਹ ਇੱਕ ਫੁੱਲ ਤੈਨੂੰ ਦੇ ਰਿਹਾ ਵਾਂ, ਇਸ ਭੇਟਾ ਨੂੰ ਸਵੀਕਾਰ ਕਰ ਤੇ ਮੇਰੇ ਬੰਧਨ ਕੱਟ ਦੇ। ਕਹਿਣ ਲੱਗੇ ਜਦੋਂ ਫੁੱਲ ਸੁੰਡ ਵਿੱਚ ਲੈ ਕੇ ਹਾਥੀ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ, ਧਰਮ ਕੌਣ ਗੱਜ ਕੀਨਾ। ਕਹਿਣ ਲੱਗੇ ਹਾਥੀ ਨੇ ਕੋਈ ਕਰਮ ਧਰਮ ਕੀਤਾ ਸੀ? ਹਾਥੀ ਨੇ ਕੋਈ ਧਰਮ ਸਥਾਨਾਂ ਤੇ ਜਾ ਕੇ ਸਜਦੇ ਕੀਤੇ ਸੀ? ਕੇਵਲ ਭਾਵਨਾ ਵਿੱਚ ਆ ਕੇ ਪਾਣੀ ਵਿੱਚ, ਉਹ ਵੀ ਆਪਣਾ ਨਹੀਂ, ਪਾਣੀ ਵਿੱਚ ਰੁੜਦਾ ਫੁੱਲ ਭੇਂਟ ਕੀਤਾ। ਕਹਿਣ ਲੱਗੇ ਫੁੱਲ ਭੇਂਟ ਕਰਨ ਦੀ ਦੇਰ ਸੀ, ਇਹਦੇ ਪੈਰਾਂ ਦੇ ਜੰਜਾਲ ਕੱਟੇ ਗਏ, ਜੰਗਲ ਸੰਗਲ ਕੱਟੇ ਗਏ, ਇਹ ਆਜ਼ਾਦ ਹੋ ਗਿਆ। ਤੀਸਰੀ ਉਦਾਹਰਣ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜਿਹਦੀ ਪ੍ਰਭੂ ਮੰਨ ਲੈ ਨਾ ਕੁਛ ਨਹੀਂ ਜੇ ਵੇਖਦਾ, ਜਿਹਦੀ ਪ੍ਰਭੂ ਮੰਨ ਲੈ, ਜਾਂ ਇਵੇਂ ਸਮਝ ਲਓ ਜਿਹਦੇ ਤੇ ਪ੍ਰਭੂ ਕਿਰਪਾ ਕਰਦੇ। ਭਾਈ ਗੁਰਦਾਸ ਸਾਹਿਬ ਆਖਦੇ ਘਰੋਂ ਚੱਲਿਆ ਸੁਦਾਮਾ ਆਪਣੇ ਦੋਸਤ ਨੂੰ, ਬੇਲੀ ਨੂੰ, ਬਚਪਨ ਦੇ ਯਾਰ ਕ੍ਰਿਸ਼ਨ ਜੀ ਨੂੰ ਮਿਲਣ। ਜਦੋਂ ਤੁਰਨ ਲੱਗਾ ਤੇ ਜਨਾਨੀ ਬੜੀ ਸਿਆਣੀ ਸੀ, ਕਹਿਣ ਲੱਗੀ ਆਪਣੇ ਦੋਸਤ ਨੂੰ ਮਿਲਣ ਚੱਲਿਆ, ਕੋਈ ਭੇਟਾ ਤੇ ਲੈ ਜਾ। ਕਹਿਣ ਲੱਗਾ ਕਮਲੀਏ ਮੇਰੇ ਕੋਲ ਹੁੰਦਾ ਤੇ ਮੈਂ ਮੰਗਣ ਜਾਂਦਾ, ਮੇਰੇ ਕੋਲ ਹੈ ਕੀ ਹੈ। ਜਨਾਨੀ ਸਿਆਣੀ ਸੀ, ਉਹਨੇ ਚੌਲਾਂ ਦੇ 2 4 10 ਦਾਣੇ ਉਹਦੀ ਗਿਰੇਬਾਨ ਵਿੱਚ ਬੰਨ੍ਹ ਦਿੱਤੇ, ਗੱਠ ਵਿੱਚ ਬੰਨ੍ਹ ਦਿੱਤੇ। ਕਹਿਣ ਲੱਗੀ ਜਾ ਇਹੀ ਲੈ ਜਾ। ਤੇ ਭਾਈ ਗੁਰਦਾਸ ਸਾਹਿਬ ਆਖਦੇ ਜਦੋਂ ਗਿਣਤੀਆਂ ਗਿਣਦਾ ਸੁਦਾਮਾ ਕ੍ਰਿਸ਼ਨ ਜੀ ਦੇ ਦੁਆਰ ਤੇ ਪਹੁੰਚਿਆ ਤੇ ਸ਼੍ਰੀ ਕ੍ਰਿਸ਼ਨ ਜੀ ਉੱਠ ਕੇ ਆਏ। ਭਾਈ ਗੁਰਦਾਸ ਸਾਹਿਬ ਨੇ ਤਨਕ ਮਾਤਰ ਲਿਖਿਆ ਛੱਡ ਸਿੰਘਾਸਨ ਹਰ ਜੀ ਆਏ। ਤੇ ਆ ਕੇ ਕਹਿਣ ਲੱਗੇ ਸੁਦਾਮਾ ਭੇਟਾ ਕੀ ਲੈ ਕੇ ਆਏ, ਭੇਟਾ ਕੀ ਲੈ ਕੇ ਆਏ। ਤੇ ਆਪਣੇ ਪੱਲੇ ਵਿੱਚੋਂ ਬੱਧੇ ਹੋਏ ਚੌਲ ਸ਼੍ਰੀ ਕ੍ਰਿਸ਼ਨ ਜੀ ਦੀ ਹਥੇਲੀ ਤੇ ਰੱਖ ਦਿੱਤੇ। ਇਤਿਹਾਸ ਲਿਖਦਾ 4 ਚੌਲਾਂ ਦੇ ਕੱਚੇ ਦਾਣੇ ਜਦ ਸ਼੍ਰੀ ਕ੍ਰਿਸ਼ਨ ਜੀ ਨੇ ਚੱਬੇ ਤੇ ਕਹਿਣ ਲੱਗੇ ਸੁਦਾਮਾ ਇੱਕ ਇੱਕ ਚੌਲ ਤੇ ਇੱਕ ਇੱਕ ਪਦਾਰਥ, ਜਾ ਤੇਰੀ ਝੋਲੀ ਵਿੱਚ 4 ਪਦਾਰਥ ਪਾਏ। ਭਾਈ ਗੁਰਦਾਸ ਸਾਹਿਬ ਨੇ 3 ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਮਤ ਸਮਝੀ ਕਿ ਚੌਲ ਕੀਮਤੀ ਸੀ ਤਾਂ ਸੁਦਾਮੇ ਨੂੰ 4 ਪਦਾਰਥ ਮਿਲ ਗਏ, ਨਹੀਂ। ਅਰੇ ਜਿਹਦੀ ਪ੍ਰਭੂ ਜੀ ਮੰਨ ਲੈਣ ਉਹਦੀ ਝੋਲੀ ਵਿੱਚ ਉਹ ਦਾਤਾਂ ਪਾ ਕੇ ਕਰਤਾਰਥ ਕਰ ਹੀ ਦਿੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ द्रौपदी कुपीन मत दई जो मुनीसरे तांते सभा मद बहो बसन प्रवाह जी तनक तंदल जगदीशा दे सुदामा तांते पाए चतुर पदार्थ अथाह जी। थोड़े जे चौल सुदामे ने श्री कृष्ण जी नूं दिते, 4 पदार्थ नव निधियां मिल गईयां। कह लगे दुखत गजिंद अरबिंद कह भेट रख है। दुखी हाथी ने कह लगे कौल दा फूल पानी विचों तरदा भेंट कीता ताकि काजे चक्करपन अन्न ग्रसै ग्रहा जी। अरे कहाँ को करे कश होत ना कहूं के किए। अरे छालां ते सारे मारदे आ ना, जतन ते सारे ही करदे, चाहे कोई फील्ड भी होए, चाहे राजनीतिक फील्ड होए, धार्मिक फील्ड होए, फील्ड ਦਾ ਬਹੁਤ ਵੱਡਾ ਵਿਸਥਾਰ ਹੋਏ, ਉਹ ਛੋਟੇ ਵਿਸਥਾਰ ਵਾਲਾ ਹੋਏ, ਛਾਲਾਂ ਤੇ ਸਾਰੇ ਮਾਰਦੇ ਐ। ਕਹਿਣ ਲੱਗੇ ਕਹਾਂ ਕੋ ਕਰੇ ਕਸ਼ ਹੋਤ ਨਾ ਕਾਹੂ ਕੇ ਕੀਏ। ਕੀ ਬੰਦਾ ਕਰੇ, ਕੀ ਬੰਦੇ ਦੇ ਕੀਤਿਆਂ ਹੁੰਦਾ ਜਾਂ ਕੀ ਪ੍ਰਭ ਮਾਨ ਲਹੇ। ਜਿਹਦੀ ਪ੍ਰਭੂ ਮੰਨ ਲੈਣਾ, ਜਿਹਦੇ ਤੇ ਪ੍ਰਭੂ ਕਿਰਪਾ ਕਰਦਾ ਉਹਦੀ ਝੋਲੀ ਵਿੱਚ ਹਰ ਇੱਕ ਸੁੱਖ ਪਾ ਦਿੰਦਾ ਹੈ। ਇੱਕ ਮੈਂ ਬੇਨਤੀ ਕਰਾਂ, ਜਿਸ ਨੂੰ ਸਾਹਿਬ ਵੱਡਾ ਕਰੇ ਨਾ ਉਹਦੇ ਨਾਲ ਈਰਖਾ ਨਾ ਕਰਿਓ। ਇਹ ਪ੍ਰਭੂ ਦੀ ਬਖਸ਼ੀ ਹੋਈ ਦਾਤ ਦੀ ਈਰਖਾ ਕਰਕੇ ਅਸੀਂ ਤੁਹੀਨ ਕਰਾਂਗੇ। ਮੈਂ ਇੱਕ ਬਚਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਕਹਿਣ ਲੱਗੇ ਜਿਸ ਨੂੰ ਸਾਹਿਬ ਵੱਡਾ ਕਰੇ ਉਹਦੀ ਰੀਸ ਵੀ ਨਾ ਕਰਿਓ।
ਹਾਂ, ਜਿਸ ਸਾਹਿਬ ਨੇ ਉਹਨੂੰ ਵੱਡਾ ਕੀਤਾ ਨਾ, ਉਸ ਵੱਡੇ ਨੂੰ ਆਪਣੇ ਚੇਤੇ ਵਿੱਚ ਰੱਖਿਓ ਤੇ ਇਹ ਸਮਝ ਲਿਓ ਕਿ ਜਿਸ ਨੂੰ ਉਸ ਨੇ ਵੱਡਾ ਕੀਤਾ ਉਹਨੂੰ ਕਰਨਾ ਹੀ ਸੀ, ਕਿਉਂਕਿ ਹੁਕਮ ਮਿਲੇ ਵਡਿਆਈ। ਇਹ ਪ੍ਰਭੂ ਦੀ ਹੁਕਮ ਵਿੱਚ ਵਡਿਆਈਆਂ ਮਿਲਦੀਆਂ ਨੇ, ਚਾਹੇ ਕੋਈ ਵੀ ਵਡਿਆਈ ਹੈ, ਕਿਸੇ ਤਰ੍ਹਾਂ ਦੀ ਵੀ ਵਡਿਆਈ ਹੈ, ਇਹ ਪ੍ਰਭੂ ਦੀ ਰਜ਼ਾ ਵਿੱਚ ਮਿਲਦੀ ਹੈ। ਤੇ ਗੁਰੂ ਰਾਮਦਾਸ ਪਿਤਾ ਦਾ ਬਚਨ ਹੈ, ਜਿਸ ਨੂੰ ਸਾਹਿਬ ਵੱਡਾ ਕਰੈ, ਜਿਸ ਨੂੰ ਸਾਹਿਬ ਵੱਡਾ ਕਰੇ ਨਾ, ਸੋਈ ਵੱਡ ਜਾਣੀ। ਉਹਨੂੰ ਵੱਡਾ ਜਾਣ ਲਈ, ਤਸਲੀਮ ਕਰਨ ਲਈ, ਜਿਸ ਨੂੰ ਸਾਹਿਬ ਨੇ ਵੱਡਾ ਕੀਤਾ ਹੋਵੇ ਉਹਨੂੰ ਵੱਡਾ ਹੀ ਜਾਣੀ। ਸਾਡੀ ਮਨੌਤ ਪਤਾ ਕੀ ਹੈ, ਜਿਸ ਨੂੰ ਸਾਹਿਬ ਨੇ ਵੱਡਾ ਕੀਤਾ ਹੋਏ ਨਾ, ਉਹਨੂੰ ਫਿਰ ਅਸੀਂ ਨਿੱਕਾ ਬਣਾਉਣ ਦਾ ਯਤਨ ਕਰਨਾ ਆਰੰਭ ਕਰ ਦਿੰਦੇ ਹਾਂ। ਅਗਰ ਕਿਸੇ ਦੀ ਵਡਿਆਈ ਵੇਖ ਕੇ ਮਨ ਈਰਖਾ ਵਿੱਚ ਆ ਜਾਏ ਤੇ ਸਮਝ ਲੈਣਾ ਅਜੇ ਨਿੰਦਕ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ ਨਿੰਦਕ ਆਦਮੀ ਦੀ ਨਿਸ਼ਾਨੀ ਪਤਾ ਕੀ ਹੈ, ਜੋ ਦੇਖੈ ਛਿਦਰ। ਨਿੰਦਕ ਆਦਮੀ ਜਦ ਕਿਸੇ ਦੀ ਕਮਜ਼ੋਰੀ ਵੇਖਦਾ ਹੈ ਤੇ ਖੁਸ਼ ਹੁੰਦਾ ਹੈ, ਤੇ ਜੇ ਕਮਜ਼ੋਰੀ ਨਜ਼ਰ ਨਾ ਆਏ ਤੇ ਫਿਰ ਕਮਜ਼ੋਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਤੁਸੀਂ ਸੋਸ਼ਲ ਮੀਡੀਆ ਰਾਹੀਂ ਐਸਾ ਬਹੁਤ ਕੁਝ ਵੇਖਦੇ ਆ। ਸਾਹਿਬ ਆਖਦੇ ਜਿਸ ਨੂੰ ਸਾਹਿਬ ਵੱਡਾ ਕਰੈ, ਜਿਸ ਨੂੰ ਸਾਹਿਬ ਵੱਡਾ ਕਰੇ ਨਾ, ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ, ਜਿਹੜਾ ਸਾਹਿਬ ਨੂੰ ਭਾਵੇ ਨਾ, ਤਿਸ ਬਖਸ਼ ਲਏ। ਉਹਨੂੰ ਸਾਹਿਬ ਜੀ ਬਖਸ਼ ਲੈਂਦੇ ਨੇ। ਜਿਹੜਾ ਸਾਹਿਬ ਨੂੰ ਚੰਗਾ ਲੱਗ ਜੇ ਨਾ, ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ। ਸੋ ਸਾਹਿਬ ਮਨ ਭਾਣੀ, ਜੇ ਕੋ ਉਸ ਦੀ ਰੀਸ ਕਰੇ। ਜਿਹੜੇ ਸਾਹਿਬ ਨੂੰ ਭਾਗੇ ਨਾ, ਜਿਨ੍ਹਾਂ ਦੀ ਝੋਲੀ ਵਿੱਚ ਸਾਹਿਬ ਨੇ ਵਡਿਆਈ ਪਾਈ, ਅਗਰ ਕੋਈ ਉਹਨਾਂ ਦੀ ਰੀਸ ਕਰਦਾ ਨਾ, ਸੋ ਮੂੜ ਅਜਾਣੀ। ਉਹ ਅਜਾਣ ਤੇ ਮੂਰਖ ਨੇ। ਔਰ ਇੱਕ ਮੈਂ ਬੇਨਤੀ ਕਰਾਂ, ਕਦੀ ਪ੍ਰਮਾਤਮਾ ਪ੍ਰਤੱਖ ਹੋ ਕੇ ਵਡਿਆਈਆਂ ਦੇ ਦਿੰਦਾ ਹੈ, ਤੇ ਕਈ ਵਾਰ ਲੋਕਾਂ ਵਿੱਚ ਵਿਚਰ ਕੇ ਵਡਿਆਈਆਂ ਦੇ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਪਿਤਾ ਦਾ ਬਚਨ ਹੈ, ਇੱਕ ਆਪ ਜੀ ਬਚਨ ਪੜ੍ਹਦੇ ਹੋ, ਕਹਿਣ ਲੱਗੇ ਰੱਬ ਦੇ ਦੋ ਨਿਯਮ ਨੇ। ਇੱਕ ਤੇ ਉਹ ਛਿਪ ਕੇ ਪਾਲਦਾ, ਛਿਪ ਕੇ, ਲੁਕ ਕੇ ਹੀ ਪਾਲਦਾ ਹੈ ਨਾ। ਕਦੀ ਪ੍ਰਤੱਖ ਤੌਰ ਤੇ ਰੱਬ ਪਾਲਦਾ ਨਜ਼ਰ ਆਇਆ? ਮਾਂ ਦੇ ਅੰਦਰ ਦੁੱਧ ਪੈਦਾ ਕਰਤਾ ਬੱਚੇ ਲਈ, ਲੁਕ ਕੇ ਹੀ ਪੈਦਾ ਕੀਤਾ ਨਾ, ਬੱਚੇ ਨੂੰ ਵੀ ਨਹੀਂ ਪਤਾ। ਪਰਮਾਤਮਾ ਦੀ ਵੱਡੀ ਵਡਿਆਈ ਕਿ ਪਰੋਸ਼ ਪਾਲਣ, ਪਰੋਸ਼ ਦਾ ਅਰਥ ਹੁੰਦਾ ਛਿਪ ਕੇ, ਲੁਕ ਕੇ ਪਾਲਦਾ ਹੈ। ਤੇ ਦੂਸਰੀ ਵਡਿਆਈ ਪਤਾ ਕੀ ਹੈ, ਕਿ ਕਈ ਵਾਰ ਉਹ ਪ੍ਰਤੱਖ ਤੌਰ ਤੇ ਵਡਿਆਈ ਦੇ ਦਿੰਦਾ ਹੈ, ਤੇ ਕਈ ਵਾਰ ਲੋਕਾਂ ਵਿੱਚ ਵਿਚਰ ਕੇ ਵਡਿਆਈ ਦੇ ਦਿੰਦਾ ਹੈ। ਸਾਹਿਬ ਕਹਿਣ ਲੱਗੇ ਬੱਚਾ, ਆ ਜਿਹੜੀਆਂ ਘੁੰਗਣੀਆਂ ਸਾਨੂੰ ਖਵਾਈਆਂ ਨੇ, ਇਹ ਤੂੰ ਘਰ ਨਹੀਂ ਸੀ ਖੜਦੀਆਂ? ਕਹਿਣ ਲੱਗਾ ਹਾਂ ਬਾਬਾ, ਖੜਨੀਆਂ ਤੇ ਮੈਂ ਘਰ ਹੀ ਸੀ। ਮੈਂ ਸੋਚਿਆ ਅੱਜ ਮੈਂ, ਮੇਰੀ ਮਾਂ, ਮੇਰੀ ਭੈਣ, ਅਸੀਂ ਇੱਕ ਦਿਨ ਭੁੱਖੇ ਰਹਿ ਲਾਂਗੇ, ਤੇ ਤੁਸੀਂ ਵਿਦੇਸ਼ੀ ਪੁਰਸ਼ ਹੋ, ਰੱਬ ਦੇ ਭਗਤ ਨਜ਼ਰ ਆ ਰਹੇ ਹੋ। ਮਾਂ ਕਹਿੰਦੀ ਸੀ ਕਿਤੇ ਕੋਈ ਰੱਬ ਦੇ ਜਪਣ ਵਾਲਾ ਮਿਲੇ ਬੇਟੇ, ਉਹਦਾ ਸਨਮਾਨ ਕਰੀ, ਕਿਉਂਕਿ ਜਪਣ ਵਾਲੇ ਦੇ ਵਿੱਚ ਉਹ ਆਪ ਬੈਠਾ ਹੁੰਦਾ ਵਾ। ਬਸ ਮਾਂ ਦੇ ਬਚਨ ਯਾਦ ਆ ਗਏ। ਸਤਿਗੁਰੂ ਜੀ ਨੂੰ ਉਹ ਛੋਲੇ ਖਵਾ ਕੇ ਨਾ, ਜਦ ਉੱਠ ਕੇ ਤੁਰਨ ਲੱਗਾ ਨਾ, ਤੇ ਕਹਿਣ ਲੱਗੇ ਸਾਹਿਬ ਜੀ ਬੈਠ ਜਾ, ਬੈਠ ਜਾ, ਬੈਠ ਜਾ ਰਾਜੇ, ਬੈਠ ਜਾ। ਕਹਿਣ ਲੱਗਾ ਮਹਾਰਾਜ ਜੀ, ਰਾਜੇ ਜਿਹੜੇ ਹੁੰਦੇ ਨੇ, ਰਾਜੇ ਜਿਹੜੇ ਹੁੰਦੇ ਨੇ, ਉਹ ਲੋਕਾਂ ਦੇ ਖੇਤਾਂ 'ਚ ਕੰਮ ਕਰਨ ਵਾਲੇ ਹੁੰਦੇ ਨੇ।
महाराज जी काहदा मैं राजा, सारी दिहाड़ी मैं मजदूर करदा वां साहिब जी, मजदूरी करदा, जो कुछ मैनू उस मजदूरी विचों मिलदा वा साहिब, ਉਹਦੇ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ। ਬਾਬਾ ਅਸੀਂ ਤੇ ਰਾਜਿਆਂ ਦੀ ਚਰਨ ਧੂੜ ਵਰਗੇ ਵੀ ਨਹੀਂ। ਸਤਿਗੁਰੂ ਕਹਿਣ ਲੱਗੇ ਨਹੀਂ ਰਾਜਾ। ਆਖਣ ਲੱਗਾ ਸਾਹਿਬ ਜੀ ਮੈਨੂੰ ਮੇਰੀ ਮਾਂ ਉਡੀਕਦੀ ਹੋਏਗੀ। ਸਤਿਗੁਰੂ ਕਹਿਣ ਲੱਗੇ ਨਹੀਂ ਬੈਠ ਜਾ बेटा, अज तू जाएगा तो केवल बेटा होएगा, कल जो जाएगा ना साडी गल मन के जाएगा तो फिर अपनी मां को नहीं एक राजे दी मां को जाएगा। हुण बच्चा सी गल भेद दी समझ ना लगे। आखिर हजूर बाबा नानक साहब जी की गल मन के टिक गया। एक मैं बेनती करा, गुरु की एक गल भी बंदा मान ले ना तो क्रांति आ सकती। एक गल भी मान ले, एक गल भी मान ले। मैं कई बार बेनती करता उन्हें, भूमिए ने केवल एक गल मन्नी, एक ही मन्नी सी ना। कह लगा बाबा मैं चोरी नहीं छड्ड सकता। सतगुरु कह लगे ना छड्ड, मैं तेनू केड़ा कहना छड्ड, पर आ गल मान ला। कह लगा बाबा तेरी गल मान ले। एक गल मन्नी ते मुड़ के भूमिया चोरी चोर चोरी कर सकिया? कर सकिया? खिमा करियो असी गल्लां करदे बड़े हाँ, सुनदे बड़े हाँ, पर मनदे नहीं हाँ। ते गल मन्निया बंदा प्रवान हुंदा है, ते गल मन्नण विच भला भी साडा ही हुंदा है। असी रोज साहब जी दा बचन पढ़ते हैं, मत विच रतन जवाहर मानक जे एक गुर की। गुरु दी एक सिक्ख्या सुन ला, ध्यान नाल सुन ला, अपने हिरदे विच वसाला ते तेरी मत विचों ही रतन जवाहरात हीरे पैदा हो जाएंगे। और एक मैं नुकता होर आप जी दे सामने रखा। श्रीमान भाई गुरदास साहब जी आखते ने भी ये भी गुमान ना करी भी मैं गुरु घर दा बड़ा पुराना सेवक हाँ, ऐ ते कल आया कल आया। कह लगे ये भी गुमान गुरु दे दर ते नहीं हो चलता। ये भी ना समझी कि मैं गुरु दे घर जन्म लिया है। कह लगे मैं ऐसे वेखे ही जिन्हां दे गुरु दा घर, जिन्हां दा जन्म गुरु दे घर विच नहीं होया, पर गुरु के घर बाद विच आए ते प्रवान पहला हो गए। 60 साल दी उम्र सी गुरु नानक बाबा जी दी जद भाई लैना जी मिले। सब तो बाद विच आए ना ते सब तो अगे लंघ गए। श्रीमान भाई गुरदास साहब दा एक बचन है, कह लगे जिसनू गुरु कृपा करके वडियाई बख्शदा ना, ओनू एक नदर करके किते दा किते पहुंचा दिंदा है गुरु। भाई गुरदास साहब जी दे बचन ने कह लगे जैसे राजा बनता अनेक ब्याहत हैं। पुराने समयां विच ना जिहड़े सुल्तान हुंदे सी, सम्राट हुंदे सी, वो कई कई विआह करते सन। कह लगे एक राजा कई विआह ते करदा है, जैसे राजा बनता अनेक ब्याहत हैं। कई स्त्रियां नाल उन्हें विआह कीते, पर जाके सुत जन्म हवै ताही गृह राज है। जिदी कुख तो जन्म लैंदा ना बच्चा बेटा, राजे दी मां ते ओही कहलांदी आ। राजे दियां राणियां ते बहुत ने, बस जिस राणी दी कुख तो बालक ने जन्म लिया भाग ओदे जागे राज भाग लई। जैसे राजा बनता अनेक ब्याहत हैं, जाके सुत जन्म हवै ताही गृह राज हैं। जैसे दद बहुत बिहाए देत चहूं और। भाई साहब आखदे देख समुंदर दे विच 4 सफेरियां तो जहाज बेड़े ठेल दिते जांदे ने। जैसे दद बहुत बिहाए देत चहूं और।
ਸਮੁੰਦਰ ਦੇ ਵਿੱਚ, ਨਦੀਆਂ ਦੇ ਵਿੱਚ ਬੇੜੇ 4 ਸਫੇਰੇ ਤੋਂ ਪਾ ਦਿੱਤੇ ਗਏ। ਮਲਾਹਾਂ ਨੇ ਚਲਾਉਣੇ ਵੀ ਸ਼ੁਰੂ ਕਰ ਦਿੱਤੇ, ਪਰ ਜਿਹੜਾ ਬੇੜਾ ਪਾਰ ਪਹੁੰਚੇ ਨਾ, ਕਾਰਜ ਤੇ ਉਹਦੇ ਸਵਾਰ ਅਰਾਸ ਹੁੰਦੇ ਨੇ। ਜੈਸੇ ਦਦ ਬਹੁਤ ਬਿਹਾਏ ਦੇਤ ਚਹੂੰ ਔਰ, ਜੋਈ ਪਾਰ ਪਹੁੰਚੈ ਪੂਰਨ ਸਭ ਕਾਜ ਜੀ। ਜੈਸੇ ਖਨਵਾਰਾ ਖਨ ਖਣਤ ਹਣਤ ਘਨ। ਭਾਈ ਸਾਹਿਬ ਆਖਦੇ, ਕਦੀ ਖਨਵਾਰਿਆਂ ਖੋਜੀਆਂ ਨੂੰ ਦੇਖ, ਪੱਥਰਾਂ ਨੂੰ ਤੋੜ ਤੋੜ ਕੇ ਹੀਰੇ ਜਵਾਹਰਾਤ ਲੱਭਣ ਵਾਲੇ, ਖਦਾਨਾਂ ਨੂੰ ਖੋਦਣ ਵਾਲੇ ਬਥੇਰੇ, ਪਰ ਖੋਦਦਿਆਂ ਖੋਦਦਿਆਂ ਜਿਹਦੇ ਹੱਥ ਵਿੱਚ ਹੀਰਾ ਆਏ, ਸ਼ੋਭਾ ਤੇ ਉਹਦੀ ਹੁੰਦੀ ਹੈ। ਜੈਸੇ ਖਨਵਾਰਾ ਖਾਨ ਖਣਤ ਹਣਤ ਘਨ। ਹੀਰਾ ਹਾਥ ਆਵੇ ਜਾਂਕੈ ਤਾਂ ਕਿ ਬਾਜ ਬਾਜ ਜੀ। 3 ਉਦਾਹਰਣਾਂ ਦੇ ਕੇ ਨਾ ਭਾਈ ਸਾਹਿਬ ਆਖਦੇ, ਗੁਰੂ ਦੀ ਸੇਵਾ ਲਈ ਗੁਰੂ ਦੇ ਚਰਨਾਂ ਵਿੱਚ ਆਉਂਦੇ ਤੇ ਬਹੁਤ ਜੇ, ਪਰ ਜਿਹਦੇ ਤੇ ਗੁਰੂ ਟੁੱਟ ਕੇ ਜਿਹਨੂੰ ਸੇਵਾ ਬਖਸ਼ ਦੇ ਨਾ, ਉਹੀ ਗੁਰੂ ਦੇ ਘਰ ਵਿੱਚ ਪ੍ਰਵਾਨ ਹੁੰਦਾ ਜੇ। 3 ਉਦਾਹਰਣਾਂ ਦੇ ਕੇ ਨਾ ਕਹਿਣ ਲੱਗੇ, ਜੈਸੇ ਰਾਜਾ ਬਣਤਾ ਨੇਕ ਬਿਆਤ ਹੈ, ਜਾਂ ਕੇ ਸੁਤ ਜਨਮ ਹੈ ਤਾਹੀ ਗ੍ਰਹਿ ਰਾਜ ਹੈ। ਦੂਸਰੀ ਉਦਾਹਰਣ ਦਿੱਤੀ, ਜੈਸੇ ਦਦ ਬਹੁਤ ਬਿਹਾਏ ਦੇ ਤੇ ਚੌਂ ਔਰ। ਕਹਿਣ ਲੱਗੇ, ਜੋਈ ਪਾਰ ਪਹੁੰਚੇ ਪੂਰਨ ਸਭ ਕਾਜ ਹੈ। ਜੈਸੇ ਖਨਵਾਰਾ ਖਾਨ ਖਣਤ ਹਣਤ ਘਨ। ਕਹਿਣ ਲੱਗੇ, ਖਨਵਾਰੇ ਨੇ, ਖੋਜੀਆਂ ਨੇ ਸ਼ੈਣੀਆਂ ਹਥੋੜੇ ਲੈ ਕੇ ਪੱਥਰਾਂ ਨੂੰ ਤੋੜਨਾ ਸ਼ੁਰੂ ਕੀਤਾ, ਪਰ ਇਹਨਾਂ ਤੋੜਨ ਵਾਲਿਆਂ ਦੇ ਵਿੱਚੋਂ ਜਿਸ ਨੂੰ ਖੋਦਦਿਆਂ ਖੋਦਦਿਆਂ ਹੀਰਾ ਮਿਲਿਆ ਨਾ, ਸ਼ੋਭਾ ਉਹਦੀ ਹੋਈ। ਤੈਸੇ ਗੁਰ ਚਰਨ ਸ਼ਰਨ ਹੈ ਅਨਕ ਸਿੱਖ। ਗੁਰੂ ਦੀ ਸੇਵਾ ਲਈ ਗੁਰੂ ਦੇ ਚਰਨਾਂ ਵਿੱਚ ਕਈ ਸਿੱਖ ਆਉਂਦੇ ਨੇ, ਪਰ ਜਾਂ ਪਰ ਕਿਰਪਾ ਕਟਾਸ਼। ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਉਹਨੂੰ ਕਲਾਈ ਤੋਂ ਪਕੜ ਕੇ ਗੁਰੂ ਆਪਣੀ ਸੇਵਾ ਦੇ ਵਿੱਚ ਲਾ ਲੈਂਦਾ ਹੈ। ਤੇ ਜਦ ਗੁਰੂ ਕਰੁਣਾ ਕਰਕੇ ਆਪਣੀ ਸੇਵਾ ਬਖਸ਼ੇ ਨਾ। ਮੈਂ ਸੋਚ ਰਿਹਾ ਸੀ ਵੀ ਰਾਜਾ ਸਾਹਿਬ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ, ਸ਼ਾਇਦ 30-35 ਸਾਲ ਦੇ ਹੋਣੇ ਮੇਰਾ ਖਿਆਲ ਅੱਜ ਹੈ ਨਾ। ਤੇ ਗੁਰੂ ਅਮਰਦਾਸ ਬਾਬਾ ਜੀ ਨਾ ਬੁੱਢੇ ਹੋ ਗਏ ਜਦੋਂ ਸੇਵਾ ਮਿਲੀ ਨਾ, ਬੁੱਢੇ। ਉਹ ਜਦੋਂ ਮਹਾਰਾਜ ਨੂੰ ਜਾ ਕੇ ਕਿਹਾ ਨਾ ਅੰਗਦ ਗੁਰਦੇਵ ਨੂੰ ਕਿ ਬਾਬਾ ਮੈਨੂੰ ਕੋਈ ਸੇਵਾ ਬਖਸ਼, ਬਾਬਾ ਮੈਨੂੰ ਕੋਈ ਸੇਵਾ ਬਖਸ਼। ਤੇ ਅੰਗਦ ਗੁਰਦੇਵ ਜੀ ਕਹਿਣ ਲੱਗੇ, ਬਜ਼ੁਰਗ ਜੀ ਉਹ ਗਾਗਰ ਪਈ ਹੈ, ਉਹ ਗਾਗਰ ਪਈ, ਜਾਓ ਗਾਗਰ ਲਓ ਤੇ ਸਾਡੇ ਵਾਸਤੇ ਜਲ ਢੋਣ ਦਾ ਅੰਮ੍ਰਿਤ ਵੇਲੇ ਪ੍ਰਬੰਧ ਕਰਿਆ ਕਰੋ। ਜਦੋਂ ਬਜ਼ੁਰਗ ਬਾਬਾ ਜੀ 70-80 ਦੇ ਬਾਬਾ ਜੀ ਗਾਗਰ ਦੇ ਵੱਲ ਤੁਰੇ ਨਾ, ਰਾਜਾ ਜੀ ਸੁਣਨ ਵਾਲੀ ਗੱਲ ਹੈ, ਗਾਗਰ ਦੇ ਵੱਲ ਤੁਰੇ ਨਾ, ਤੇ ਸਰਕਾਰ ਨੇ ਗਾਗਰ ਨੂੰ ਜਾ ਕੇ ਜਦ ਪਕੜਿਆ ਨਾ, ਤੇ ਲਾਗੋਂ ਇੱਕ ਨੌਜਵਾਨ ਕਹਿਣ ਲੱਗਾ, ਬਾਬਾ ਗਾਗਰ ਚੁੱਕ ਲੇਗਾ? ਇਹ ਤੇ ਖਾਲੀ ਚੁੱਕਣੀ ਔਖੀ, ਇਹ ਗਾਗਰ ਖਾਲੀ ਚੁੱਕਣੀ ਔਖੀ ਬਾਬਾ। ਭਰੀ ਗਾਗਰ ਖੰਡੂਰ ਤੋਂ ਜਾ ਕੇ ਗੋਇੰਦਵਾਲ ਤੋਂ ਵਾਪਸ ਲੈ ਆਇਆ ਕਰੇਗਾ। ਤੇ ਬਾਬਾ ਅਮਰਦਾਸ ਸਾਹਿਬ ਜੀ ਹੱਸ ਪਏ। ਰਾਜਾ ਜੀ ਤੁਸੀਂ ਸੋਚ ਇਹੀ ਬਣਾਇਓ, ਔਰ ਹਰ ਇੱਕ ਸਿੱਖ ਦੀ ਸੋਚ ਇਹੀ ਚਾਹੀਦੀ ਹੈ। ਸਤਿਗੁਰੂ ਕਹਿਣ ਲੱਗੇ, ਬਾਬਾ ਅਮਰਦੇਵ ਜੀ ਸਿੱਖਾ, ਜਿਹੜਾ ਗੁਰੂ ਮੈਨੂੰ ਗਾਗਰ ਦੇ ਰਿਹਾ ਨਾ, ਉਹ ਗਾਗਰ ਚੁੱਕਣ ਦੀ ਸਮਰੱਥਾ ਵੀ ਦੇਵੇਗਾ, ਔਰ ਜ਼ਮਾਨਾ ਯਾਦ ਰੱਖੇਗਾ ਕਿ ਮੈਂ ਸਿਰ ਤੇ ਗਾਗਰ ਚੁੱਕ ਕੇ ਨਾ, ਗੁਰੂ ਅਮਰਦਾਸ ਸਾਹਿਬ ਵੱਲ ਤੇ ਦੂਰ ਦੀ ਬਾਤ ਹੈ, ਮੈਂ ਗੁਰੂ ਦੇ ਨਗਰੀ ਵੱਲ ਵੀ ਕਦੀ ਪਿੱਠ ਨਹੀਂ ਕਰਾਂਗਾ। ਔਰ ਬਾਜ਼ਿੰਦਗੀ ਇਤਿਹਾਸ ਦੱਸਦਾ ਹੈ ਕਿ ਜੇ ਗੁਰੂ ਗਾਗਰ ਦਿੰਦਾ ਤੇ ਗਾਗਰ ਚੁੱਕਣ ਦੀ ਸਮਰੱਥਾ ਵੀ ਦਿੰਦਾ ਹੈ, ਤੇ ਇਸ ਕਦਰ ਬਣਾ ਦਿੰਦਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਦੀ ਗਾਗਰ ਗੁਰੂ ਕਾ ਸਿੱਖ ਆਪਣੇ ਸਿਰ ਤੇ ਚੁੱਕ ਕੇ ਨਾ, ਆਪਣੇ ਗੁਰੂ ਨੂੰ ਆਪਣੇ ਵੱਲ ਸਮਝਦਿਆਂ ਹੋਇਆਂ
हर कार करदा होया भी गुरु वल कदी पिठ नहीं करदा। और ये साहिब दियां वडियाइयां ने। मैं एक बेनती करा, जिहड़ा साहिब वडियाइयां दे ना, वडियाइयां दे ते ओदा धन्नवाद करो, शुकराना करो, जिवें राजा जी कर रहे हैं। शुकराना करो, धन्नवाद करो, पर केवल वक्ती तौर ते करके भुल ना जाओ। मैं कई बार बेनती करदा हुन्ना भी जेडे शुकराने के समागम होंदे ने, संगत देखो कितनी संगत जुड़ी है। प्रधान साहब भी मैं सुनिया आ रहे ने, और उन्होंने वालों भी समागम शुकराने दे कीते गए, तकरीबन सारिਆਂ वालों कीते गए। ये शुकराना समागम जमाती है, पर अपनियां जिम्मेवारियां ਜਿਹੜੀਆਂ मिलियां ने उन्होंने लोक हितां लिए, मैं फिर शब्द दोहरा दिया, ਜਿਹੜੀ जिम्मेवारी मिली है इस जिम्मेवारी ਨੂੰ लोक हितां ਲਈ ਨਿਭਾਉਂਦਿਆਂ ਹੋਇਆਂ हमेशा गुरु जी के चरणों में धन्नवाद करते रहना, इस सदीवी शुकराना है। और गुरु कृपा करे, बाबे नानक साहब ने एक गल कही सी भाई मरदाने नू, कह लगे सी मरदाना ऐ मेरे तन का कपड़ा तू पाला, तू मंगया ना, ऐ लै ला मेरे तन का चोला। मरदाना इस चोले नू हंडाई, पर याद रखी इस चोले दियां कन्नियां चुक के अपने गुरु तो बिना ते अपने रब तो बिना किसी को मंगी ना, ते जद मंग पूरी हो जाए ना ते फिर ओदा शुकराना गुरु चरणों में करें। और बहुत घट लोग हुंदे ने जेड़े शुकराने में जींदे ने। वैसे तो मैं पहला भी बेनती की भी शीशे अगे खड़ के ना अपनी बॉडी नू सवारन तो पहला इस शरीर नू देण वाले नू याद कर लिया करिए ना भी तेरा दिता शरीर सवार रहा वा, पर जे तू शरीर ना दिंदा ते मैं कित्थों सवारदा। कल तू शरीर खोलेगा मैं कित्थों सवार लांगा। ये शरीर तेरा है, ये साजो समान भी तेरा है, ते जिसने किसी तरह की भी कोई प्रभता बख्शी होए उस प्रभता नू याद रख के ओदा शुकराना करना। सतगुरु गुरु नानक पिता जी कह लगे कि बेटा सवेरे होई ते चले जाए। कह लगे रात गुजरी, गुरु नानक पिता ने अमृत वेले आसा की वार दा कीर्तन किया, ते बच्चा हजूर जी दे कीर्तन नू सुनदा है। ते सतगुरु नू आखन लगा महाराज मैनू हुण जाण दी इजाजत है। सतगुरु कह लगे जा, कल आया सी इत्थे मजदूरी करन लई, पर बेटा वक्त बदल गया, वक्त बदल गया। कल लोगां कोल काम आके मंगदा सी, जमाना वेखेगा बच्चा कि अज तो बाद लोग तेरे कोल आके काम मंगया करनगे। कहन लगा बाबा ये किवें किवें होएगा। जे रब कृपा करे ना ते गुरु ग्रंथ साहिब पिता जी का बचन है, कहन लगे लख खुशियां पातशाहियां जे सतगुर, जे गुरु नदर कर दे लखां खुशियां ते पातशाहियां प्राप्त हो जांदियां। ते एक मैं होर बेनती करा, जेड़े बंदे अपना फर्ज नहीं ना पहचानदे, मिल पदवी ते मिल गई, खिमा करियो कई बार पदवी मिल जाती बंदा फर्ज नहीं पहचानता, उन्हां दी हालत जो हुंदी है वो किसी को छिपी हुई नहीं है। मैं फिर शब्द दोहरा दियां, अगर किसी नू पदवी दूसरी बार मिले तो समझ लेना उन्हें अपनी पदवी के अनुसार अपनी परसनैलिटी नू समझदिया होया मिली हुई पदवी का दुरुपयोग नहीं किया।
ਤੇ ਜਿਹੜੇ ਪਦਵੀ ਦਾ ਦੁਰਉਪਯੋਗ ਕਰਦੇ ਨੇ, ਕਦੀ ਪਰਮਾਤਮਾ ਤੇ ਕਦੀ ਪਰਮਾਤਮਾ ਦੀ ਖਲਕਤ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਦੁਰਉਪਯੋਗ ਦੀ ਸਜ਼ਾ ਕਿਸੇ ਨਾ ਕਿਸੇ ਰੂਪ ਵਿੱਚ ਦੇ ਦਿੰਦੀ ਹੈ। ਔਰ ਫਿਰ ਮੈਂ ਸ਼ਬਦ ਦੁਹਰਾ ਦਿਆਂ, ਪਰਮਾਤਮਾ ਕੋਈ ਵੀ ਪਦਵੀ ਦੇ ਨਾ, ਖਿਮਾ ਕਰਿਓ, ਚਾਹੇ ਧਾਰਮਿਕ ਪਦਵੀ ਹੋਏ। ਤੁਸੀਂ ਅੱਜ ਦੇ ਜ਼ਮਾਨੇ ਵਿੱਚ ਵੇਖੋ, ਜਿਨ੍ਹਾਂ ਵੀ ਧਾਰਮਿਕ ਪਦਵੀ ਦਾ ਦੁਰਉਪਯੋਗ ਕੀਤਾ, ਚਾਹੇ ਪਦਵੀ ਕਿਸੇ ਧਰਮ ਸਥਾਨ ਦੀ ਮਿਲੀ ਸੀ ਉਹਦਾ ਦੁਰਉਪਯੋਗ ਕੀਤਾ, ਚਾਹੇ ਪਦਵੀ ਰਾਜਨੀਤਿਕ ਤੌਰ ਤੇ ਮਿਲੀ ਸੀ ਉਹਦਾ ਦੁਰਉਪਯੋਗ ਕੀਤਾ, ਉਹਨਾਂ ਨੂੰ ਬਦਲਦਿਆਂ ਬਹੁਤੀ ਦੇਰ ਨਹੀਂ ਲੱਗੀ। ਔਰ ਅੱਜ ਲੋੜ ਹੈ ਬੰਦਾ ਜਿਸ ਵੀ ਚੇਅਰ ਤੇ ਬੈਠਾ ਹੈ ਉਹਦੀ ਗਰਮਾ ਨੂੰ, ਉਹਦੀ ਪ੍ਰਭਤਾ ਨੂੰ ਕਾਇਮ ਰੱਖੇ, ਤਾਂ ਕਿ ਆਉਣ ਵਾਲੇ ਸਮੇਂ ਅੰਦਰ ਖਲਕਤ ਉਹਨੂੰ ਪਿਆਰ ਦੇ ਨਾਲ ਤੇ ਉਹਦੇ ਕੰਮਾਂ ਦੇ ਨਾਲ ਜਾਣੇ। ਕਈ ਵਾਰ ਐਸਾ ਹੁੰਦਾ ਹੈ ਕਿ ਇੱਕ ਬੰਦੇ ਕੋਲ ਐਸਾ ਕੰਮ ਹੁੰਦਾ ਹੈ, ਸਾਰੀ ਉਮਰ ਲਈ ਦਾਗੀ ਬਣਾ ਦਿੰਦਾ ਹੈ। ਤੇ ਬੰਦੇ ਦੇ ਕਰਮੀ ਹੈ ਜਿਹੜੇ ਬੰਦੇ ਦੀ ਵੱਖਰੀ ਪਹਿਚਾਣ ਬਣਾਉਂਦੇ ਨੇ, ਵੱਖਰੀ ਪਹਿਚਾਣ ਬਣਾਉਂਦੇ ਨੇ। ਕਹਿਣ ਲੱਗੇ, ਬੱਚਾ ਜਦ ਸਵੇਰੇ ਉੱਠ ਕੇ ਤੁਰਿਆ ਤੇ ਕੁਦਰਤ ਨੇ ਉਸ ਇਲਾਕੇ ਦਾ ਜਿਹੜਾ ਰਾਜਾ ਸੀ ਨਾ, ਰਾਜਾ ਸੀ, ਉਹਦੀ ਮ੍ਰਿਤੂ ਹੋ ਗਈ ਰਾਤੀ, ਤੇ ਰਾਜੇ ਦਾ ਵਾਰਸ ਕੋਈ ਨਹੀਂ ਸੀ। ਰਾਜਾ ਇਕੱਲਾ ਸੀ, ਧੀ ਪੁੱਤਰ ਕੋਈ ਨਹੀਂ ਸੀ, ਰਾਜੇ ਦਾ ਵਾਰਸ ਨਹੀਂ ਸੀ। ਤੇ ਆਖਰ ਉਹਦੇ ਮੰਤਰੀਆਂ ਨੇ ਇਹ ਸਲਾਹ ਕੀਤੀ, ਮੰਤਰੀਆਂ ਨੇ ਸਲਾਹ ਕੀਤੀ ਵੀ ਰਾਜੇ ਦਾ ਵਾਰਸ ਕੋਈ ਨਹੀਂ ਹੈ ਤੇ ਰਾਜ ਭਾਗ ਤੇ ਕਿਹਨੂੰ ਬਿਠਾਇਆ ਜਾਏ, ਕਿਹਨੂੰ ਬਿਠਾਇਆ ਜਾਏ। ਆਖਰ ਇਹ ਮਸਲਾ ਵਿਚਾਰਨ ਤੋਂ ਉਪਰੰਤ ਇਹ ਠਹਿਰਾਇਆ ਗਿਆ ਕਿ ਰਾਤ ਦੇ ਵਕਤ ਇਸ ਰਾਜ ਭਾਗ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ, ਇੱਕ ਦਰਵਾਜ਼ਾ ਖੁੱਲਾ ਰੱਖਿਆ ਜਾਏ। ਉਸ ਦਰਵਾਜ਼ੇ ਦੇ ਰਾਹੀਂ ਜਿਹੜਾ ਪਹਿਲਾ ਸ਼ਖਸ ਇਸ ਦਰਵਾਜ਼ੇ ਨੂੰ ਆ ਕੇ ਲੰਘੇ, ਉਹਨੂੰ ਰਾਜ ਭਾਗ ਦਿੱਤਾ ਜਾਏ। ਸਾਰੀ ਰਾਤ ਬਾਬੇ ਨਾਨਕ ਸਾਹਿਬ ਜੀ ਦੇ ਕਦਮਾਂ ਵਿੱਚ ਬਤੀਤ ਕਰਨ ਵਾਲਾ, ਸਾਰੀ ਰਾਤ ਗੁਰੂ ਜੀ ਦਾ ਦਰਸ਼ਨ ਕਰਨ ਵਾਲਾ, ਸਾਰੀ ਰਾਤ ਗੁਰੂ ਦੀਆਂ ਮੁੱਠੀ ਚਾਪੀ ਕਰਨ ਵਾਲਾ ਛੋਟਾ ਜਿਹਾ ਬੱਚਾ ਕਹਿਣ ਲੱਗੇ, ਦਰਵਾਜ਼ਾ ਇਹਦਾ ਘਰ ਦੂਸਰੇ ਦਰਵਾਜ਼ੇ ਦੀ ਤਰਫ ਸੀ, ਇਹ ਆਪਣੇ ਦਰਵਾਜ਼ੇ ਤੇ ਕਿਹਾ ਬੰਦ ਮਿਲਿਆ, ਦੂਸਰੇ ਦਰਵਾਜ਼ੇ ਤੇ ਕਿਹਾ ਬੰਦ ਮਿਲਿਆ, ਤੀਸਰੇ ਦਰਵਾਜ਼ੇ ਤੇ ਗਿਆ ਦਰਵਾਜ਼ਾ ਬੰਦ ਮਿਲਿਆ, ਤੇ ਜਦ ਚੌਥੇ ਦਰਵਾਜ਼ੇ ਤੇ ਆਇਆ ਨਾ, ਦਰਵਾਜ਼ਾ ਤੇ ਖੁੱਲਾ ਮਿਲਿਆ, ਨਾਲ ਨਿਰੰਕਾਰ ਦੀਆਂ ਰਹਿਮਤਾਂ ਦਾ ਭੰਡਾਰਾ ਵੀ ਮਿਲਿਆ। ਇਸ ਨੰਨੇ ਜਿਹੇ ਬੱਚੇ ਦੇ ਗਲ ਵਿੱਚ ਪੁਸ਼ਪਾਂ ਦੀ ਮਾਲਾ ਪਾ ਕੇ, ਇਸ ਨੰਨੇ ਜਿਹੇ ਬੱਚੇ ਦੇ ਗਲ ਵਿੱਚ ਪੁਸ਼ਪਾਂ ਦੀ ਮਾਲਾ ਪਾ ਕੇ, ਜਿਹਦਾ ਨਾਮ ਵੀ ਰਾਜਾ ਨਹੀਂ ਸੀ, ਬਾਬੇ ਨਾਨਕ ਦੀ ਕਿਰਪਾ ਨਾਲ ਰਾਜਾ ਬਣ ਗਿਆ, ਰਾਜਾ ਬਣ ਗਿਆ। ਕਹਿਣ ਲੱਗੇ, ਅਗਲੇ ਦਿਨ ਬਾਬਾ ਜੀ ਦੇ ਚਰਨਾਂ ਵਿੱਚ ਆਇਆ, ਕਹਿਣ ਲੱਗਾ, ਬਾਬਾ ਇਹ ਕੀ? ਸਤਿਗੁਰੂ ਕਹਿਣ ਲੱਗੇ, ਬੇਟਾ ਤੇਰੇ ਮਸਤਕ ਵਿੱਚ ਰਾਜਾ ਹੋਣਾ ਲਿਖਿਆ ਸੀ, ਔਰ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਬਚਨ ਨੇ। ਕਹਿਣ ਲੱਗੇ, ਦੁਨੀਆ ਤੇ ਕੋਈ ਐਸਾ ਪ੍ਰਾਣੀ ਨਹੀਂ ਜਿਹਦੇ ਮਸਤਕ ਦੇ ਭਾਗ ਮੇਰੇ ਪ੍ਰਮਾਤਮਾ ਨੇ ਨਾ ਲਿਖੇ ਹੋਣ। ਔਰ ਯਾਦ ਰੱਖੀ, ਤੇਰੇ ਮਸਤਕ ਦਾ ਲਿਖਿਆ ਕਦੀ ਕੋਈ ਮਿਟਾ ਨਹੀਂ ਹੋ ਸਕਦਾ, ਚਾਹੇ ਲੱਖ ਕੋਈ ਯਤਨ ਕਰੇ। ਤੇਰੇ ਹੱਥਾਂ ਪੈਰਾਂ ਦੇ ਕੋਲੋਂ ਤੇ ਕੋਈ ਕੁਝ ਖੋ ਸਕਦਾ ਹੈ, ਪਰ ਕਿਸੇ ਬੰਦੇ ਕੋਲ ਇੰਨੀ ਤਾਕਤ ਨਹੀਂ ਤੇਰੇ ਮੱਥੇ ਦਾ ਖੋ ਸਕੇ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ, ਨਾਨਕ ਲਿਲਾਰ ਲਿਖਿਆ ਸੋਏ। ਲਿਲਾਰ ਦਾ ਅਰਥ ਹੁੰਦਾ ਹੈ ਮਸਤਕ।
ਰਾਜਾ ਜੀ ਇਹ ਮਸਤਕ ਵਿੱਚ ਲਿਖਿਆ ਸੀ ਸੇਵਾ ਮਿਲਣੀ, ਔਰ ਜਿਹੜੀ ਵੀ ਸੇਵਾ ਕਿਸੇ ਨੂੰ ਕਿਸੇ ਸਥਾਨ ਤੇ ਮਿਲਦੀ ਹੈ, ਮੇਰੀ ਇਹ ਮਨੌਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਆਧਾਰਿਤ, ਕਿ ਉਹ ਮੱਥੇ ਤੇ ਲਿਖੀ ਹੁੰਦੀ ਹੈ। ਨਾਨਕ ਲਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਇ। ਯਾਦ ਰੱਖੀ, ਜੋ ਪ੍ਰਮਾਤਮਾ ਨੇ ਤੇਰੇ ਮਸਤਕ ਤੇ ਲਿਖ ਦਿੱਤਾ ਨਾ, ਉਹਨੂੰ ਮੇਟ ਕੋਈ ਨਹੀਂ ਹੋ ਸਕਦਾ। ਉਹ 100 ਵੱਲ ਭੰਨ ਕੇ ਵੀ ਤੈਨੂੰ ਦਾਤ ਮਿਲੇਗੀ ਜੋ ਮਸਤਕ ਵਿੱਚ ਲਿਖੀ ਹੋਈ। ਪਰ ਯਾਦ ਰੱਖੀ, ਜਿਸ ਕਰਤਾ ਪੁਰਖ ਨੇ ਤੈਨੂੰ ਦਾਤਾਂ ਦੇ ਕੇ ਨਵਾਜਿਆ ਨਾ। ਮੈਂ ਇੱਕ ਕਹਾਣੀ, ਜਦੋਂ ਮੈਂ ਇੱਥੇ ਸਾਲ ਕੁ ਸੇਵਾ ਕਰਕੇ ਗਿਆ ਆਪ ਜੀ ਦੀ ਕਦਮਾਂ ਦੀ, ਇੱਥੇ ਦੀਆਂ ਸੰਗਤਾਂ ਦੀ, ਤੇ ਮੈਂ ਕਈ ਵਾਰ ਉਹ ਕਹਾਣੀ ਆਪ ਜੀ ਦੇ ਨਾਲ ਦੁਹਰਾਈ ਸੀ। ਉਹ ਕਹਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਆਧਾਰਿਤ। ਉਹਦਾ ਸਾਰੰਸ ਹੈ, ਉਹਦਾ ਨਿਚੋੜ ਹੈ ਕਿ ਜਿੱਥੋਂ ਦਾਤ ਮਿਲੀ ਹੋਵੇ ਨਾ, ਉਹਨਾਂ ਵੱਲ ਕਦੀ ਪਿੱਠ ਨਹੀਂ ਕਰਨੀ ਚਾਹੀਦੀ। ਔਰ ਮੈਂ ਖਾਸ ਕਰਕੇ ਇਹ ਗੱਲ ਕਹਿ ਦਿਆਂ ਰਾਜਾ ਜੀ, ਤੁਹਾਨੂੰ ਜਿਹੜੀ ਦਾਤ ਮਿਲੀ ਹੈ ਸੰਗਤ ਵੱਲੋਂ ਮਿਲੀ ਆ, ਸੰਗਤ ਵੱਲੋਂ ਮਿਲੀ ਹੈ ਨਾ। ਕੋਈ ਕਹਿ ਸਕਦਾ ਫੈਕਟਰੀ ਮੈਂ ਲਾਈ ਆ, ਕੋਈ ਕਹਿ ਸਕਦਾ ਘਰ ਮੈਂ ਬਣਾਇਆ, ਪਰ ਇਹ ਜਿਹੜੀ ਮੈਂਬਰੀ ਦੀ ਸੇਵਾ ਮਿਲੀ ਹੈ ਇਹ ਸੰਗਤ ਨੇ ਬਖਸ਼ੀ ਹੈ। ਔਰ ਜਿਸ ਨੂੰ ਸੰਗਤ ਬਖਸ਼ਦਾ ਹੈ ਨਾ, ਸੰਗਤ ਜਿਹਨੂੰ ਨਿਵਾਜਦਾ ਹੈ, ਖਿਮਾ ਕਰਿਓ, ਉਹਦੀ ਡਿਊਟੀ ਵੀ ਫਿਰ ਓਨੀ ਵੱਡੀ ਹੋ ਜਾਂਦੀ ਹੈ। ਉਹਦੀ ਡਿਊਟੀ ਵੀ ਵੇਖੋ, ਜੋ ਇੱਕ ਰਾਜੇ ਦੇ ਨੌਕਰ ਦੀ ਡਿਊਟੀ ਆ, ਰਾਜੇ ਦੀ ਕਿਤੇ ਜ਼ਿਆਦਾ ਹੁੰਦੀ ਹੈ। ਔਰ ਇਹ ਦਾਤ ਜਿਸ ਸੰਗਤ ਰਾਹੀਂ ਮਿਲੀ ਹੋਇਆ, ਉਸ ਦਾ ਸ਼ੁਕਰਾਨਾ ਉਸ ਸੰਗਤ ਨੂੰ ਬੁਲਾ ਕੇ ਕਰਨਾ, ਇਹ ਭਲਾ ਉਦਮ ਹੈ, ਚੰਗਾ ਉਦਮ ਹੈ। ਆਖਰੀ ਗੱਲ ਕਹਿ ਕੇ ਮੈਂ ਖਿਮਾ ਮੰਗਾ, ਮੈਂ ਉਹ ਕਹਾਣੀ ਦੁਹਰਾ ਰਿਹਾ, ਮੈਨੂੰ ਖਿਮਾ ਕਰਿਓ, ਪਰ ਇਸ ਸਬਜੈਕਟ ਨਾਲ, ਇਸ ਵਿਸ਼ੇ ਨਾਲ ਬੜੀ ਹੀ ਗਹਿਰਾ ਸੰਬੰਧ ਰੱਖਦੀ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਦੀ ਕਰਬਾਈ ਆ। ਕਹਿਣ ਲੱਗੇ, ਧਾਈਆਂ ਆਈਆਂ ਗਾਈਆਂ ਸਰ ਤੇ। ਮੈਂ ਬੜੀ ਜਗ੍ਹਾ ਤੇ ਇਹ ਸ਼ੇਅਰ ਕਰਦਾ ਸੰਗਤ ਨਾਲ ਵੀ ਗਾਈਆਂ ਤੇ ਪਸ਼ੂ ਖੇਤਾਂ ਵਿੱਚ ਚਰ ਰਹੇ ਸੀ। ਜਦ ਚਰਦੀਆਂ ਗਾਈਆਂ ਤੇ ਪਸ਼ੂਆਂ ਨੂੰ ਪਿਆਸ ਲੱਗੀ ਨਾ, ਉਹ ਛੱਪੜ ਤੇ ਆ ਗਈਆਂ। ਛੱਪੜ ਤੇ, ਛੱਪੜ ਸਮਝ ਲਓ ਜਿੱਥੇ ਪਾਣੀ ਇਕੱਠਾ ਹੁੰਦਾ ਹੈ। ਭਾਈ ਸਾਹਿਬ ਲਿਖਦੇ ਨੇ, ਭਾਈ ਵੀਰ ਸਿੰਘ ਜੀ, ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ। ਗਾਈਆਂ ਨੂੰ, ਮੱਝੀਆਂ ਨੂੰ ਪਿਆਸ ਲੱਗੀ, ਉਹ ਛੱਪੜ ਤੇ ਆ ਗਈਆਂ ਤੇ ਉਹਨਾਂ ਨੇ ਛੱਪੜ ਵਿੱਚ ਵੱਜ ਪੜ ਕੇ ਪਾਣੀ ਪੀਤਾ। ਛੱਪੜ ਵਿੱਚ ਵੱਜ ਕੇ ਨਹਾਣਾ ਕੀਤਾ, ਪਾਣੀ ਪੀਤਾ, ਤੇ ਛੱਪੜ ਤੋਂ ਬਾਹਰ ਨਿਕਲੀਆਂ ਗਾਈਆਂ ਤੇ ਛੱਪੜ ਵੱਲ ਪਿੱਠ ਕਰਕੇ ਤੁਰ ਪਈਆਂ। ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ। ਨੱਚਦਾ ਮੋਰ ਆਇਆ ਜਲ ਪੀਤਾ। ਕਹਿਣ ਲੱਗੇ, ਇੰਨੀ ਦੇਰ ਨੂੰ ਕੁਦਰਤ ਦਾ, ਵਾਹਿਗੁਰੂ ਜੀ ਦਾ ਸਵਾਰਿਆ ਹੋਇਆ ਮੋਰ ਆਇਆ। ਤੇ ਮੋਰ ਦੀ ਖੂਬੀ ਪਤਾ ਕੀ ਹੈ? ਜਿਸ ਜਗ੍ਹਾ ਤੋਂ ਮੋਰ ਪਾਣੀ ਪੀਂਦਾ ਨਾ, ਜਿਸ ਤਲਾਬ ਤੋਂ, ਜਿਸ ਜਗ੍ਹਾ ਤੋਂ, ਮੋਰ ਪਾਣੀ ਪੀਣ ਤੋਂ ਉਪਰੰਤ ਪਾਣੀ ਵੱਲ ਪਿੱਠ ਨਹੀਂ ਕਰਦਾ। ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ। ਕਹਿਣ ਲੱਗੇ, ਨੱਚਦਾ ਮੋਰ ਆਇਆ ਜਲ ਪੀਤਾ। ਨੱਚਦਾ ਹੋਇਆ, ਟਹਿਲਦਾ ਹੋਇਆ ਮੋਰ ਆਇਆ, ਉਹਨੇ ਵੀ ਉਸੇ ਜਗ੍ਹਾ ਤੋਂ ਪਾਣੀ ਪੀਤਾ ਜਿੱਥੋਂ ਗਾਈਆਂ ਨੇ ਪਾਣੀ ਪੀਤਾ ਸੀ। ਤੇ ਜਦ ਪਾਣੀ ਨੇ ਪਿਆਸ ਬੁਝਾ ਦਿੱਤੀ ਨਾ, ਤੇ ਮੋਰ ਬੈਕ ਤੁਰਨ ਲੱਗਾ, ਪਿਛਾਂਹ ਨੂੰ ਤੁਰਨ ਲੱਗਾ। ਕਿਸੇ ਕੋਲ ਖੜੇ ਦਾਨੇ ਆਦਮੀ ਨੇ ਆਖਿਆ, ਸਿਆਣੇ ਆਦਮੀ ਨੇ, ਓ ਮੋਰ, ਓ ਮੋਰ, ਯਾਰ ਪਾਣੀ ਤੂੰ ਵੀ ਉਸੇ ਛੱਪੜ ਚੋਂ ਪੀਤਾ ਜਿਹਦੇ ਵਿੱਚੋਂ ਮੱਝਾਂ ਤੇ ਗਾਈਆਂ ਨੇ ਪੀਤਾ। ਤੇਰੇ ਤੋਂ ਪਹਿਲਾਂ ਗਾਈਆਂ ਤੇ ਮੱਝੀਆਂ ਨੇ ਪਾਣੀ ਪੀਤਾ, ਤੇਰੇ ਨਾਲੋਂ ਜ਼ਿਆਦਾ ਪਾਣੀ ਪੀਤਾ, ਤੇਰੇ ਨਾਲੋਂ ਜ਼ਿਆਦਾ ਪਾਣੀ ਖਰਾਬ ਕੀਤਾ। ਪਰ ਜਦੋਂ ਮੱਝੀਆਂ ਤੇ ਗਾਈਆਂ ਪਾਣੀ ਵਿੱਚੋਂ ਨਿਕਲੀਆਂ, ਪਿੱਠ ਕਰਕੇ ਦੌੜ ਗਈਆਂ, ਤੇ ਤੂੰ
थोड़ा जिहा पानी पी के भी बैक तुर रहे हैं, पानी वाल पिठ नहीं। ते मोर दा जवाब सी, ये पशुआं दा जीवन ते हो सकता है, जिथों प्यास बुझी होवे ओदे वल पिठ करनी। ये मेरा जीवन नहीं है भी जिथों प्यास बुझी होए ओदे वल पिठ कर देने। बचन ने धाइयां आईयां गाइयां सर ते पी पानी कंड मोड़ी, नचदा मोर आया जल पीता कंड न मोड़ी। थोड़ी तृप्त होए सन्मुख रह तुरदा, जल तकदा ते हटदा। भाई साहब आखदे शाला त्रेह मोर दी देनी। कह लगे ऐ मेरे वाहिगुरु, जे प्यास देनी है ते मोर वाली दई, पी रज, मैं रजिया होवां, मैं तृप्त होवां, पर मेरी पिठ तेरे वल कदी ना होवे। और मेरा ये मनना है, तुहाडा भी ये माइंड गल मनदा होएगा कि ये जिहड़ी दात है ये संगतां वल्लों मेरे वड्डे वीर राजा जी नूं प्राप्त होई है। ये संगत दा फैसला है, ये संगत दी चोण है। ते मेरी ये सोच है कि संगत विच प्रभु वसदा है। मनदे हो ना कि प्रभु वसदा है? ते जे संगत विच प्रभु वसदा है ते फिर प्रभु दी चोण कदी गलत नहीं हो सकती। और मेरी जाति तौर पर यह बेनती है गुरु ग्रंथ साहिब जी के चरणों च, इस करके नहीं कि मेरे वीर राजा मैंबर बन गए ने, मेरे काम आउणगे, वो तो मैं लै ही लैने इन्हां कोलों। पर दूसरे पक्ष तो जो ये इत्थे भी मैंबर ही सन, मेरा ख्याल उदों जो दास इत्थे सी, जिन्ना निग जिन्ना प्यार जिस आओ भगत नाल, जिस हिरदे नाल उदों मिलते सन, अज भी जद ये गुरु ने इन्हां दी झोली विच खुशी दी दात पाई, ये जित के परते, तो मैं स्पैशल तौर पर इन्हां नूं मिलण आया। कई बार की हुंदा है, मैनूं महाराजा रणजीत सिंह जी की गाथा याद आ जाती है कि महाराजा रणजीत सिंह ने ना गढ़ शंकर का किला जितना सी। महाराजा नूं ये लगे भी हुण गढ़ शंकर का किला मेरे को जितया नहीं जाना, मेरी ताकत घट है। तो वह एक वजीर सी दाना सियाणा, महाराजा नूं चिंता विच वेख के ना, चिंता च कह लगा महाराज चिंता कादी? कह लगा भी यार गढ़ शंकर का किला वा, जितना वा, तो लगता नहीं भी महाराजा जित सकेगा। मैनू अपनी सैनिक शक्ति ते जो मैं वेख्या पड़ताल करके इन्ना को विश्वास है कि वह गढ़ शंकर का किला जित नहीं सकेगी। तो महाराजा दे दाने वजीर ने आख्या एक शक्ति है जो छिन मैं राओ रंक को करी। एक शक्ति है जेड़ी चाहे ते कंगालां नूं राजे बना दिंदी है। एक शक्ति है, वो है परवदगार। कह लगा परवदगार दे चरणां विच मैं ते अरदास कीती है। कह लगे एक पुजे होए ने उन्हां कोलों अरदास करवाउने। वो सी बाबा बुद्धू जी हुशियारपुर वाले। महाराजा रणजीत सिंह बाबा बुद्धू जी दे डेरे ते गए ते पुछदे ने मैं बाबा बुद्धू साहब जी नूं मिलना। ते पुछया भी बाबा बुद्धू साहब नूं जेड़े संगत दे जूठे बर्तन मांज रहे सी। बर्तन मांजदे बजुर्ग कोल जाके पुछदे ने बजुर्गो मैं बाबा बुद्धू साहब जी नूं मिलना हैगे ने। उस बजुर्ग ने गौर नाल महाराजा वाल वेख्या ते कहन लगा हैगे ने, मैं तुहानूं मिलाना वा बाबा बुद्धू साहब नाल। ज्ञानी अर्जुन सिंह जी बैंकाक वालियां ने लिखिया कि जद इन्नी गल कही ना उस बजुर्ग ने मैं मिलाना तुहानूं बाबा बुद्धू साहब जी दे नाल, उठे जल नाल अपने हथ पैर साफ कीते ते महाराजा नूं नाल लैके तुर पे। जिथे गुरु ग्रंथ साहब जी का प्रकाश सी ना उत्थे पहुंचे ते कह लगे महाराजा हुण दस किनू मिलना है।
आखदा बाबा बुद्धू साहब नूं, कहन लगे बुद्धू ते मैं ही हो ते साहिब ने ओ। दस साहिब तक की कम है? आख लगा गढ़ शंकर किले ते चढ़ाई कर लगा वां, अरदास करो प्रभु अपनी कला वरता के जित मेरे झोली विच पा दे। ते बाबा जी ने अरदास की ते कहन लगे रणजीत सिंह मेरी गल गौर नाल सुन, मैं ये नहीं कहता भी मेरी अरदास वो सुन लैंदा है, मेरा भावना यही, मेरा विश्वास यही कि अरदास सुन लेना मेरे गुरु दी ते भगवान दी कृपा हुंदी है, उन्हां दा सुभाव हुंदा है। कीती अरदास नूं वो सुन लैंदे ने। पर एक गल याद रखी रणजीत सिंह, जे जित जाए ना ते कदी जित दा गुमान ना लैके आई, जित दा धन्नवाद ते लैके आई, जित दा शुकराना ते करन आई, पर जित दा गुमान लैके ना आई। अज जिहड़ा परमात्मा किसी भी फील्ड विच, बहुत फील्ड ने, केवल धार्मिक फील्ड नहीं आ, किसी भी फील्ड विच परमात्मा साडी झोली विच कोई दात पांदा है ते दात दित्ती दा शुकराना करना ये बहुत जरूरी है। ते जिवें मैं पहला भी आख्या भी जिहड़ी दात संगत ने चुन के ओंकार सिंह राजा जी की झोली विच पाई है, मैंबरी दी दात, कोई कह सकदा मेरी फैक्टरी मैं आप लाई आ, पर यह दात इन्हां दी झोली अंदर गुरु ने पाई है। ते जिस संगत ने यह दात पाई है ना, उस संगत नूं बुला के दात दा शुकराना करना ये बड़ा चंगा ते सराहनयोग ते एक आदर्शक सोच है, जिस दे तहत एक गुरमत समागम ओंकार सिंह राजा जी वालों कराए गए। बहुत बहुत धन्नवाद मेरे वीर दा। मैं इन्हां नूं स्वै अभिमानी आखदा, अभिमानी नहीं, स्वै अभिमानी ते अभिमानी होना हो रहा है। और सतगुरु ने जिथे अणख नाल गैरत नाल इन्हां नूं जिंदगी जीण दी दात दिती है, जिस बंदे दी अणख ते गैरत जिंदी हुंदी है ना, उहदी झोली विच परमात्मा टुट के दात जरूर पा जांदा जे। और जिन्हां दे अंदरों अणख ते गैरत खत्म हो जाए, उन्हां कोलों परमात्मा दित्तियां होईयां दातां भी खो लैंदा जे। जिहदी गैरत जिंदी आ ना, समझ लेना गुरु उहदे वल है। महाराज कृपा करे समूह संगत दा, श्री गुरु ग्रंथ साहिब महाराज जी दा। पुराने मैंबर साहबान साडे बैठे ने, गुरिंदरपाल सिंह जी साबका मैंबर, प्रधान साहब जी, समूह संगतां दा सैकटरी साहब अलग साहब जी, साडे छाबड़ा साहब जी बड़ा प्रेम दिंदे रहे, हुण भी दिंदे ने, भावें मैं इत्थों चले गया। सतगुरु सबना दे सीस ते मेर भरिया हथ रखे। गुरु प्रसंत पंथ दे प्रसिद्ध कीर्तनीए अति मानयोग, जेड़े दिल्ली दी संगत वास्ते नहीं, समुचे संसार दियां जिहड़ियां सिख संगतां ने उन्हां वास्ते जेड़े महापुरुख भाई मनप्रीत सिंह जी किसी परिचय के मुताज नहीं है कि उन्हां बारे कुछ दसिया जाए। वो अपनी परसनैलिटी आपने गुरु की करुणा सदका, गुरु के ज्ञान सदका, गुरु के दिती हुई कीर्तन की दात सदका वो इत्थे पहुँच चुके ने। मैं उन्हां दी आमद ते उन्हां नूं जी आया आखदा एक जकारा लावांगा। आप जी ने गज के उस जकारे का जवाब दे के अति सत्कारयोग गुरु क्या नूं जी आया आखिए। बोले सोनिया। और समूह संगतां दा मेरे छोटे राजा वीर हरमीत सिंह जी, उन्हां दा जिन्हां ने अगला प्रोग्राम आप जी नूं दसना है। दो राजे ने, हुण एक ये राजे ने जिहड़े स्टेट सैकटरी साहब ने, इन्हां नूं तुहानूं अगला प्रोग्राम दसना है। महाराज कृपा करे आप सब नूं नवाजे। वाहिगुरू जी का खालसा, वाहिगुरू जी की